ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਐ। ਆ ਮੁਕਤ ਮੋਹਿ ਤਾਰੇ ਕਵਨ 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 ਗੁਣ ਕਹੀਐ। ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਕਈ ਕੋਰੈ। ਕੋ ਹੈ ਐਸੋ ਵਿਚਾਰੇ ਬਿਸਮ 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 ਹੀ ਪਈਐ। ਲਾਲ ਗੁਲਾਲ ਰੰਗਾਰੇ ਕੋ ਨਾਨਕ ਸੰਤਨ ਰਸ ਆਈ ਹੈ। ਜੋ ਚਾਕ ਗੂੰਗਾ ਮੁਸਕਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਅੱਜ ਦੇ ਦੀਵਾਨ ਦੀ ਆਰੰਭਤਾ ਗੁਰੂ ਸਾਹਿਬ ਨੇ ਕਰਵਾਈ ਹੈ। ਆਓ ਕੁਝ ਸਮਾਂ ਸਤਿਗੁਰੂ ਦੀ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜੇ ਕਿਤੇ ਮਨ ਭੱਜ ਰਿਹਾ ਹੈ ਇੱਧਰ ਉੱਧਰ, ਮਨ ਨੂੰ ਆਵਾਜ਼ ਮਾਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਉਸ ਪਰਮਾਤਮਾ ਦੇ ਘਰ ਦੇ ਵਿੱਚ ਆ ਕੇ ਜੁੜ ਜਾ, ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ। ਥਿਰ ਕੇ ਟਿਕ ਕੇ ਉਸ ਘਰ ਵਿੱਚ ਬੈਠ। ਦੁਨੀਆ ਦੇ ਕਾਰਜ ਕਰੀਦੇ ਨਾ ਟਿਕ ਕੇ। ਕਿੱਥੇ ਪ੍ਰਭੂ ਪਰਮਾਤਮਾ ਦਾ ਵੀ ਕਾਰਜ ਮਾਰੇ ਕਹਿੰਦੇ ਨੇ ਥਿਰ ਕਰ, ਥਿਰ ਕੇ ਟਿਕ ਕੇ। ਸੋ ਆਓ, ਜਿਵੇਂ ਸਤਿਗੁਰੂ ਬੁਲਾਉਣਗੇ, ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆਓ ਸਿਫਤਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਬਹੁਤ ਲੰਮੇਰਾ ਇਤਿਹਾਸ ਹੈ। ਆਰਬਲਾ 42 ਸਾਲ ਦੀ ਹੈ। 1666 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ। ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਿਓ। ਉਸ ਪਾਵਨ ਧਰਤੀ ਤੇ ਪਟਨਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਜੋ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਸੰਸ਼ੋਭਿਤ ਹੈ, ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ। ਤੇ ਸੰਨ 1708 ਵਿਖੇ ਉਸ ਪਾਵਨ ਪਵਿੱਤਰ ਧਰਤੀ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ ਮਹਾਰਾਜ ਨੇ ਜੋਤੀ ਜੋਤ ਸਮਾਏ। ਦੇਖੋ ਉਮਰ ਸੀ ਆਰਬਲਾ ਕਹਿ ਲਓ 42 ਸਾਲ ਦੀ। ਇਤਨੀਆਂ ਪਰਮਾਤਮਾ ਵੱਲੋਂ ਬਖਸ਼ਿਸ਼ਾਂ ਸਨ ਕਿ ਧਰਤੀ ਤੇ ਕੋਈ ਐਸਾ ਗੁਣ ਨਹੀਂ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਨਹੀਂ ਸੀ। ਸਾਰੇ ਗੁਣਾਂ ਦੇ ਮਾਲਕ ਸਨ। ਮਿਸ਼ਰੀ ਦੀ ਡੱਲੀ ਹੁੰਦੀ ਹੈ ਨਾ, ਮਿਸ਼ਰੀ ਦੀ ਡੱਲੀ, ਜਿੱਥੋਂ ਮਰਜ਼ੀ ਚੱਖ ਲਓ, ਸੱਜੇ ਖੱਬੇ ਉੱਤੋਂ ਥੱਲੇ ਜਿੱਥੇ ਮਰਜ਼ੀ ਕੋਈ ਡੱਲੀ ਲਵੋ ਮਿਸ਼ਰੀ ਦੀ, ਤੇ ਉਹ ਤੁਹਾਨੂੰ ਮਿਠਾਸ ਹੀ ਦੇਗੀ। ਕਿੱਥੋਂ ਵੀ ਛਕ ਲਓ। ਇਹ ਮਿਸ਼ਰੀ ਦੀ ਡੱਲੀ ਦੀ ਖਾਸੀਅਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜਾ ਮਰਜ਼ੀ ਅਸੀਂ ਗੁਣ ਲੈ ਲਈਏ, ਉਸ ਗੁਣ ਨੂੰ
ਅਸੀਂ ਬਿਆਨ ਨਹੀਂ ਕਰ ਸਕਦੇ, ਇਤਨੀ ਮਿਠਾਸ ਹੈ। ਮੈਂ ਪਹਿਲਾਂ ਕਿਹਾ, ਜਿਸ ਤਰ੍ਹਾਂ ਧਰਤੀ ਦੇ ਅੰਦਰ ਕੋਈ ਐਸਾ ਗੁਣ ਨਹੀਂ ਜਿਹੜਾ ਗੁਰੂ ਮਹਾਰਾਜ ਵਿੱਚ ਨਹੀਂ ਸਨ। ਸਰਬ ਕਲਾ ਸੰਪੂਰਨ ਸਨ। ਕਿਸੇ ਵੀ ਪੱਖ ਤੋਂ ਲੈ ਲਓ, ਗੁਰੂ ਮਹਾਰਾਜ ਪੂਰਨ ਸਨ। ਜੇ ਵਡਿਆਈ ਅਸੀਂ ਆਪ ਹੀ ਕਰ ਰਹੇ ਹਾਂ ਆਪਣੇ ਗੁਰੂ ਦੀ, ਤੇ ਇਹ ਤੇ ਸਮਝ ਆਉਂਦੀ ਹੈ ਕਿ ਹਰ ਕੋਈ ਆਪਣੇ ਗੁਰੂ, ਈਸ਼ਟ ਮਿੱਤਰ ਦੀ, ਮਾਲਕ ਦੀ ਵਡਿਆਈ ਕਰਦਾ ਹੈ। ਕਿਉਂਕਿ ਜਿਹਨੂੰ ਉਹ ਮੰਨਦਾ ਹੈ ਈਸ਼ਟ ਨੂੰ, ਸੁਭਾਵਿਕ ਹੈ ਉਹ ਆਪਣੇ ਗੁਰੂ ਦੀ ਵਡਿਆਈ ਕਰੇਗਾ। ਜਾਂ ਇਸ ਤਰ੍ਹਾਂ ਕਹਿ ਲਓ, ਕੋਈ ਮਾਲਕ ਹੈ, ਕੋਈ ਨੌਕਰ ਉਹਦੇ ਕੋਲ ਕੰਮ ਕਰਦਾ ਹੈ, ਤੇ ਉਹ ਸੁਭਾਵਿਕ ਹੈ ਤਨਖਾਹ ਲੈਂਦਾ ਹੈ, ਉਹਦੀ ਮਾਲਕ ਉਹਦੀ ਜ਼ਰੂਰ ਉਹਦੀ ਸਿਫਤਾਂ ਦੇ ਵਿੱਚ ਜ਼ਰੂਰ ਕਰੇਗਾ। ਔਰ ਕਮਾਲ ਦੀ ਗੱਲ ਹੈ, ਜੇ ਅਸੀਂ ਕਰ ਰਹੇ ਹਾਂ ਵਡਿਆਈ, ਤੇ ਇਸ ਤਰ੍ਹਾਂ ਕਹਿ ਲਓ ਇਹ ਤੇ ਸਾਡਾ ਫਰਜ਼ ਹੈ, ਕਿਉਂਕਿ ਗੁਰੂ ਤੇ ਹੈ ਹੀ ਸਰਬ ਕਲਾ ਸੰਪੂਰਨ। ਪਰ ਗੱਲ ਉਦੋਂ ਆਉਂਦੀ ਹੈ ਜਦੋਂ ਕੋਈ ਕਿਸੇ ਧਰਮ ਦਾ, ਦੂਜੇ ਧਰਮ ਦਾ ਕੋਈ ਗੁਰੂ ਸਾਹਿਬ ਦੀ ਸਿਫਤ ਕਰੇ, ਤੇ ਉਸ ਵੇਲੇ ਮਾਨ ਦੇ ਨਾਲ ਸੀਸ ਉੱਚਾ ਹੁੰਦਾ ਹੈ। ਮੈਂ ਤਾਂ ਹੀ ਕਿਹਾ, ਕੋਈ ਸਿੱਖ ਕਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪ ਜੀ ਨੂੰ ਕਥਾ ਕਹਾਣੀਆਂ ਸੁਣਾਓ, ਸਮਝ ਆਉਂਦੀ ਹੈ ਵੀ ਠੀਕ ਹੈ, ਸਾਡਾ ਈਸ਼ਟ ਹੈ, ਅਸੀਂ ਗੁਰੂ ਦੀ ਗੱਲ ਕਰਨੀ ਹੈ। ਪਰ ਕਿਸੇ ਧਰਮ ਦਾ ਕੋਈ ਹੋਵੇ, ਹੁਣ ਤੁਲਸੀਦਾਸ ਜੀ ਜਿਨ੍ਹਾਂ ਨੇ ਰਮਾਇਣ ਰਚੀ ਹੈ, ਬੜਾ ਸੁੰਦਰ ਇੱਕ ਦੋਹਾ ਹੈ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਜ ਰਹੇ, ਕਾਹੇ ਗਵਾਵੇ ਨੂਰ। ਬੜਾ ਸੋਹਣਾ ਇਹ ਦੋਹਰਾ ਤੁਲਸੀਦਾਸ ਜੀ ਦਾ ਹੈ, ਜਿਨ੍ਹਾਂ ਨੇ ਰਮਾਇਣ, ਰਾਮਚਰਿਤਮਾਨਸ ਕਹਿ ਲਓ, ਰਚੀ ਹੈ। ਉਹ ਕਹਿੰਦੇ ਨੇ, ਜੇ ਧਰਤੀ ਦੇ ਵਿੱਚ ਕੋਈ ਮਾਂ ਆ ਕੇ ਬੱਚੇ ਨੂੰ ਜਨਮ ਦਿੰਦੀ ਹੈ, ਧਿਆਨ ਦੇਣਾ, ਜੇ ਉਹਦੇ ਵਿੱਚ ਇਹ 3 ਗੁਣ ਨਹੀਂ, ਉਸ ਬੱਚੇ ਦੇ ਅੰਦਰ ਭਗਤੀ ਨਹੀਂ, ਉਹ ਦਾਨੀ ਨਹੀਂ, ਤੇ ਸੂਰਵੀਰ ਨਹੀਂ, ਕਿ ਦਾਤਾ ਕਹਿ ਸੂਰ, ਸੂਰਬਲੀ, ਸੂਰਮਾ ਕਹਿ ਲਓ। ਜੇ 3 ਗੁਣ ਉਸ ਮਾਂ ਨੇ ਨਹੀਂ ਭੇਜੇ, ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਤੁਲਸੀਦਾਸ ਜੀ ਕਹਿੰਦੇ ਨੇ, ਐਵੇਂ ਫਿਰ ਆਪਣਾ ਨੂਰ ਹੀ ਗਵਾਇਆ ਬੱਚੇ ਦਾ ਜਨਮ ਦੇ ਕੇ, ਆਪਣੇ ਸਰੀਰ ਦੀ ਬਣਤਰ ਨੂੰ ਹੀ ਖਰਾਬ ਕੀਤਾ, ਇਸ ਤੋਂ ਉੱਤੇ ਕੁਛ ਨਹੀਂ ਕੀਤਾ। ਨਹੀਂ ਤੇ ਬਾਂਝ ਹੀ ਰਹਿੰਦੀ, ਭਾਵ ਬਿਨਾਂ ਬੱਚੇ ਤੋਂ ਹੀ ਰਹਿੰਦੀ, ਤਾਂ ਜ਼ਿਆਦਾ ਚੰਗਾ ਸੀ, ਜੇ ਉਸ ਕੁੱਖ ਦੇ ਵਿੱਚੋਂ ਭਗਤ ਜਨ ਪੈਦਾ ਨਹੀਂ ਹੋਇਆ। ਜਿਤਨੀਆਂ ਮਾਤਾਵਾਂ ਭੈਣਾਂ ਅਸੀਂ ਬੈਠੇ ਹਾਂ, ਜੇ ਅੱਜ ਸਾਡੇ ਬੱਚੇ ਧਰਮ ਦੀ ਦੁਨੀਆ ਵਿੱਚ ਨਹੀਂ ਨੇ, ਤੇ ਮੈਨੂੰ ਖਿਮਾ ਕਰ ਦੇਣਾ, ਸਾਡੇ ਮਾਤਾ ਪਿਤਾ ਦਾ ਹੀ ਕਸੂਰ ਹੈ, ਜਾਂ ਸਾਡਾ ਹੀ ਕਸੂਰ ਹੈ। ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਔਰ ਸਾਰੇ ਗੁਣ ਭਗਤੀ ਦਾ, ਦਾਨੀ, ਮੈਂ ਕਹਿੰਦਾ ਕਮਾਲ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿੰਨੀ ਭਗਤੀ ਸੀ, ਆਪ ਜੀ ਨੂੰ ਪਤਾ ਹੋਵੇਗਾ, ਪੂਰਾ ਜਨਮ ਦੀ ਤੇ ਹੈ ਹੀ ਸੀ। 10 ਲੱਖ ਫੌਜ ਨੇ ਘੇਰਾ ਪਾਇਆ ਹੋਵੇ, ਤੇ ਸੰਧਿਆ ਸਮੇਂ ਜਦੋਂ ਜੰਗ ਰੁਕ ਜਾਏ, ਤੇ ਗੁਰੂ ਸਾਹਿਬ ਬੈਠ ਕੇ ਕਹਿ ਰਹੇ ਨੇ, ਸੁਨ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਹ ਭਗਤੀ ਦਾ ਗੁਣ ਹੈ। ਸਾਨੂੰ 2 ਬੰਦੇ ਘੇਰ ਲੈਣ ਨਾ, 4 ਬੰਦੇ, ਜਾਂ ਲੜਾਈ ਹੋ ਜਾਏ, ਅਸੀਂ ਕੁਛ ਨਹੀਂ ਕਰ ਪਾਉਂਦੇ ਨਾ। ਸਾਨੂੰ ਉਸ ਵੇਲੇ ਗੁਰਬਾਣੀ ਵੀ ਨਹੀਂ ਸੁਝਦੀ। ਧੰਨ ਕਲਗੀਆਂ ਵਾਲੇ ਪਿਤਾ ਉਸ ਚਮਕੌੜ ਦੀ ਗਲੀ ਦੇ ਵਿੱਚ
10 ਲੱਖ ਫੌਜ ਦਾ ਘੇਰਾ ਪਿਆ ਹੋਇਆ ਹੈ, ਪਰ ਭਗਤੀ ਵਾਲਾ ਗੁਣ ਹੈ ਨਾ ਜਿਹੜਾ, ਉਹ ਸੰਧਿਆ ਸਮੇਂ ਨਹੀਂ ਖੁੰਝਾਇਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿੱਥੇ ਸਰਸੇ ਨਦੀ ਤੇ ਪਿੱਛੇ ਮੁਗਲ ਫੌਜ ਲੱਗੀ ਹੈ, ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨਿਤਨੇਮ ਨਹੀਂ ਖੁੰਝਾਇਆ। ਔਰ ਦਾਨੀ ਤੇ ਗੁਰੂ ਸਾਹਿਬ ਦੇਖੋ ਬਚਪਨ ਵਿੱਚ ਹੀ ਪਿਤਾ ਨੂੰ ਤੋੜ ਦਿੱਤਾ। ਮਾਇਆ ਦਾਨ ਦੇਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ। ਕਿਸੇ ਨੇ ਮਕਾਨ ਜਾਇਦਾਦ ਬਹੁਤੀ ਮਾਇਆ ਦਾਨ ਦਿੱਤੀ ਹੋਵੇ, ਪਰ ਦੇਸ਼ ਔਰ ਪੰਥ ਵਾਸਤੇ ਕਿਸੇ ਨੇ ਆਪਣੇ ਪਿਤਾ ਨੂੰ ਟੋਰਿਆ ਹੋਵੇ, ਜਾਓ ਪਿਤਾ ਜੀ, ਜੇ ਦੁੱਖੜਾ ਲੈ ਕੇ ਆਏ ਨੇ ਤੇ ਇਹਨਾਂ ਦੀ ਪੁਕਾਰ ਤੁਸੀਂ ਪਹਿਲਾਂ ਸੁਣੋ। ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਜ ਦਿੱਤਾ, ਇਹ ਨਹੀਂ ਵੇਖਿਆ ਕਿ ਮੇਰੀ ਮਾਤਾ ਦੀ ਮਾਂਗ ਉਜੜ ਗਈ ਹੈ, ਉਜੜ ਜਾਏਗੀ। ਇਹਨੂੰ ਕਹਿੰਦੇ ਨੇ ਦਾਨਾ ਬਿਰਤੀ। ਮਾਇਆ ਦਾਨ ਦੇਣ ਵਾਸਤੇ ਤੁਹਾਨੂੰ ਬਹੁਤ ਮਿਲ ਜਾਣਗੇ, ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਪਰ ਅੱਜ ਤੱਕ ਕੋਈ ਐਸਾ ਓਲੀਆ ਪੀਰ ਮਹਾਂਪੁਰਖ ਨਹੀਂ ਮਿਲਿਆ ਜਿਨ੍ਹਾਂ ਨੇ ਆਪਣੇ ਪਿਤਾ, ਆਪਣੇ ਬੱਚੇ, 83 ਸਾਲ ਦੀ ਬੁੱਢੀ ਮਾਤਾ ਨੂੰ ਸ਼ਹਾਦਤ ਦੇ ਜਾਮ ਵਾਸਤੇ, ਔਰ ਇਤਨਾ ਜਿੰਨਾ ਵੀ ਸ਼ਿਕਨ ਨਹੀਂ ਚਿਹਰੇ ਤੇ, ਇਹ ਭਾਵਨਾ ਦੀ ਖੇਡ ਹੈ। ਇਤਨੀ ਜਿੰਨੀ ਵੀ ਸ਼ਿਕਨ ਨਹੀਂ ਹੈ, ਉਹਨਾਂ ਦੀ ਚੜ੍ਹਦੀ ਕਲਾ ਨੂੰ ਕੋਈ ਪ੍ਰਸਤ ਨਹੀਂ ਕਰ ਸਕਿਆ। ਬੜੀ ਵੱਡੀ ਗੱਲ ਹੈ। ਥੋੜਾ ਜਿਹਾ ਸਾਨੂੰ ਦੁੱਖ ਆ ਜਾਏ, ਅਸੀਂ ਡੋਲ ਜਾਂਦੇ ਹਾਂ, ਅਸੀਂ ਇੱਧਰ ਉੱਧਰ ਦੀ ਝਾਤ ਮਾਰਨ ਲੱਗ ਪੈਂਦੇ ਹਾਂ। ਮੈਂ ਪਹਿਲਾਂ ਕਿਹਾ ਦਾਨੀ ਗੁਰੂ ਸਾਹਿਬ ਤੋਂ ਉੱਚਾ ਕੋਈ ਨਹੀਂ ਹੋ ਸਕਦਾ। ਆਪ ਪਰਿਵਾਰ ਨੂੰ ਟੋਰਿਆ, ਆਪਣੇ ਬੱਚਿਆਂ ਨੂੰ ਸ਼ਹਾਦਤ ਦੇ ਕਰਦਿਆਂ ਹੁੰਦਿਆਂ ਆਪ ਦੇਖਿਆ, ਫਿਰ ਜਕਾਰੇ ਲਾ ਰਹੇ ਨੇ। ਹੈ ਕੋਈ ਐਸਾ ਪਿਤਾ ਆਪਣੇ ਬੱਚੇ ਦੀ ਲਾਸ਼ ਤੋਂ ਕੋਲੋਂ ਨਿਕਲ ਜਾਏ ਔਰ ਚਿਹਰੇ ਤੇ ਸ਼ਿਕਨ ਨਾ ਹੋਏ? ਮੈਂ ਸਮਝਣਾ ਨਾ ਗੁਰੂ ਗੋਬਿੰਦ ਸਿੰਘ ਵਰਗਾ ਸਾਨੀ ਹੈ, ਨਾ ਹੋਏਗਾ। ਐਸੇ ਗੁਣ ਸੂਰਵੀਰਤਾ ਦੇ 40 ਸਿੰਘਾਂ ਨਾਲ 10 ਲੱਖ ਦਾ ਮੁਕਾਬਲਾ ਕਰਨਾ, ਇਹ ਕੋਈ ਛੋਟਾ ਇਤਿਹਾਸ ਨਹੀਂ ਹੈ। ਇਹ ਸੂਰਵੀਰਤਾ ਦੀ ਇੱਕ ਨਿਸ਼ਾਨੀ ਹੈ ਕਿ ਘਬਰਾਉਣਾ ਨਹੀਂ, ਭਾਵੇਂ ਕਿਸੇ ਸਟੇਜ ਤੇ ਵੀ ਹੋਵੇ। ਸੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਅਸੀਂ ਗੁਰੂ ਸਾਹਿਬ ਦੀ ਸਿਫਤ ਕਰ ਰਹੇ ਹਾਂ ਨਾ, ਤੇ ਸਮਝ ਆ ਰਹੀ ਹੈ। ਪਰ ਜਦੋਂ ਕੋਈ ਦੂਜੇ ਧਰਮ ਦਾ ਗੁਰੂ ਸਾਹਿਬ ਬਾਰੇ ਕੋਈ ਗੱਲ ਕਰਦਾ ਨਾ, ਉਸ ਵੇਲੇ ਫਿਰ ਸੀਨਾ ਸਾਡਾ ਚੌੜਾ ਹੋ ਜਾਂਦਾ ਹੈ ਕਿ ਉਹ ਵੀ ਅਧਿਆਤਮਕ ਪਰ ਪੁਰਖ ਔਰ ਇਤਨੇ ਵਿਦਵਾਨ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕਰ ਰਹੇ ਨੇ। ਇੱਕ ਕ੍ਰਿਸਚਨ ਯੂਨੀਵਰਸਿਟੀ ਵਿੱਚ ਨਾ ਇੱਕ ਬਹੁਤ ਵੱਡੇ ਰਾਈਟਰ ਹੋਏ ਨੇ, ਮੈਕਾਲਿਫ, ਜਿਨ੍ਹਾਂ ਦੀ ਬੁੱਕਸ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਂਦੀਆਂ ਨੇ, ਔਰ ਬੜੇ ਮਸ਼ਹੂਰ ਰਾਈਟਰ ਹੋਏ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਸੂਰਵੀਰ ਅੱਜ ਤੱਕ ਨਹੀਂ ਹੋਇਆ, ਨਾ ਹੋਣਾ ਹੈ। ਮੈਂ ਪਹਿਲਾਂ ਕਿਹਾ ਅਸੀਂ ਤਾਰੀਫ ਕਰੀਏ ਤੇ ਗੱਲ ਪਤਾ ਹੈ ਕਿ ਅਸੀਂ ਪਿਤਾ ਦੀ, ਹਰ ਕੋਈ ਆਪਣਾ ਬੱਚਾ ਪਿਤਾ ਦੀ ਤਾਰੀਫ ਕਰਦਾ, ਦਾਦੇ ਦੀ ਕਰਦਾ ਨਾ। ਪਰ ਕਮਾਲ ਦੀ ਗੱਲ ਹੈ, ਇੱਕ ਕ੍ਰਿਸਚਨ ਵਿਦਵਾਨ ਇਸ ਗੱਲ ਨੂੰ ਕਹਿ ਰਿਹਾ ਹੈ। ਇੱਥੋਂ ਤੱਕ ਸਨਾਤਨ ਧਰਮ ਜਿਹੜਾ ਦੌਲਤ ਖਾਨ, ਵਾਹਿਗੁਰੂ ਦੌਲਤ ਰਾਏ, ਆर्य ਸਮਾਜ ਵਿੱਚੋਂ ਹੈ, ਬੜੇ ਕੱਟੜ ਹਿੰਦੂ, ਪੁਸਤਕਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਲਿਖ ਦਿੱਤੀਆਂ। ਕਲਮ ਉਹਨਾਂ ਨੇ, ਹਾਲਾਂਕਿ ਕਿੰਨੇ ਕੱਟੜ ਸਨ, ਔਰ ਕੱਟੜ ਬੰਦਾ ਕਿਸੇ ਦੀ ਦੂਜੇ ਧਰਮ ਦੀ ਤਾਰੀਫ ਨਹੀਂ ਕਰਦਾ। ਹੁਣ ਔਰੰਗਜ਼ੇਬ ਕਰ ਸਕਦਾ ਕਿਸੇ ਦੀ ਤਾਰੀਫ? ਕਦੀ ਨਹੀਂ ਕਰੇਗਾ।
ਇੱਕ ਮੁਸਲਮਾਨਾਂ ਦੀ ਸ਼ੁਰੂ ਤੋਂ ਮਨੋਤ ਹੋਈ ਹੈ ਕਿ ਉਹਨਾਂ ਨੂੰ ਕੱਟੜਪੰਥੀ ਕਿਉਂ ਕਹਿੰਦੇ ਨੇ? ਉਹ ਚਾਹੁੰਦੇ ਨੇ ਜਿਹੜਾ ਵੀ ਸਾਡੇ ਕੋਲ ਹੈ ਉਹ ਮੁਸਲਮਾਨ ਇਸਲਾਮ ਧਰਮ ਕਬੂਲ ਕਰੇ। ਪਰ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਇਸ ਤਰ੍ਹਾਂ ਦੀ ਨਹੀਂ ਹੈ। ਉਹ ਚਾਹੁੰਦੇ ਨੇ ਕੋਈ ਕਿਸੇ, ਇਸ ਤਰ੍ਹਾਂ ਕਹਿ ਲਓ, ਕਿਸੇ ਵੀ ਬਾਗ ਦੇ ਵਿੱਚ ਫੁੱਲ ਖਿਲਿਆ ਹੋਣਾ ਚਾਹੀਦਾ, ਭਾਵੇਂ ਕਿਸੇ ਬਾਗ ਦਾ ਹੋਵੇ। ਮੇਰੇ ਕਹਿਣ ਤੋਂ ਮੁਰਾਦ, ਭਾਵੇਂ ਉਹ ਹਿੰਦੂ ਰਾਮ ਰਾਮ ਕਹਿ ਰਿਹਾ ਹੈ ਜਾਂ ਮੁਸਲਮਾਨ ਅੱਲਾ ਅੱਲਾ ਕਹਿ ਰਿਹਾ, ਸਭ ਨੂੰ ਇੰਡੀਪੈਂਡੈਂਟ ਉਸ ਨੂੰ ਇਬਾਦਤ ਕਰਨ ਦੀ ਹੱਕ ਹੋਣਾ ਚਾਹੀਦਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ। ਕਿਉਂ? ਕਿਉਂਕਿ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਜੋ ਵੀ ਕਿਸੇ ਦਾ ਵੀ ਨਾਮ ਜਪ ਰਿਹਾ, ਪਰਮਾਤਮਾ ਦਾ ਤੇ ਨਾਮ ਜਪ ਰਿਹਾ ਨਾ। ਤੇ ਅੱਲਾ ਯਾਰ ਖਾਂ ਜੋਗੀ, ਹਕੀਮ ਅੱਲਾ ਯਾਰ ਖਾਂ ਜੋਗੀ, ਪੰਜੇ ਵਕਤ ਦਾ ਨਿਮਾਜੀ, ਪੰਜ ਨਿਮਾਜੀ ਕਹਿ ਲਓ, ਕੱਟੜ ਮੁਸਲਮਾਨ, ਹਾਜੀ, ਹਜ ਕਰਨ ਵਾਲਾ। ਉਹਨੇ 2 ਪੁਸਤਕਾਂ ਲਿਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ, ਗੰਜੇ ਸ਼ਹੀਦਾ ਤੇ ਸ਼ਹੀਦਾਨੇ ਵਫਾ, ਜਿਹਦੇ ਵਿੱਚ ਬੜੀ ਤਾਰੀਫ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਤੁਸੀਂ ਕਦੀ ਚਮਕੌਰ ਦੀ ਗਲੀ ਜਾਓ ਨਾ, ਗੁਰਦੁਆਰਾ ਸਾਹਿਬ, ਕਤਲਗੜ੍ਹ ਸਾਹਿਬ ਜਿੱਥੇ ਗੁਰਦੁਆਰਾ ਹੈ, ਹਰ ਗੁਰਦੁਆਰੇ ਦੇ ਬਾਹਰ ਲਿਖਿਆ ਹੁੰਦਾ ਨਾ ਸ੍ਰੀ ਗੁਰੂ ਸਿੰਘ ਸਭਾ, ਜੋ ਵੀ ਗੁਰਦੁਆਰੇ ਦਾ ਨਾਮ ਹੈ, ਬੰਗਲਾ ਸਾਹਿਬ ਜਾਂ ਸੀਸਗੰਜ ਸਾਹਿਬ, ਜਿੱਥੇ ਤੇ ਆਪ ਜੀ ਦਰਸ਼ਨ ਕਰਦੇ ਹੋ, ਉੱਥੇ ਇੱਕ ਫਰੰਟ ਤੇ ਇੱਕ ਬੜੀ पंक्ति लिखी हुई है, बस एक ही तीर्थ है हिंद में यात्रा के लिए। ध्यान देना, ये किसी हिंदू ने या सिख ने नहीं लिखा हुआ। ये हकीम अल्लाह यार खां जोगी ने जदों चमकौर दी गड़ी ते जाके इतिहास पढ़िया ते उस मिट्टी नूं मस्तक ते लाया। मैं पहला क्या है, कोई सिख तारीफ कर रहा होवे ते कोई नाल वाला कह सकता हाँ तुहाडे गुरु ने, पर एक पंज निमाजी और कट्टर मुसलमान होंदियां होया वो की कहता, बस एक ही तीर्थ है हिंद में यात्रा के लिए, जहां कटाए बाप ने बच्चे खुदा के लिए। ਤੁਸੀਂ ਜਦੋਂ ਐਂਟਰੀ ਕਰੋਗੇ ਨਾ ਚਮਕੌਰ ਸਾਹਿਬ ਗੁਰਦੁਆਰੇ ਦੇ ਬਾਹਰ, ਇਹ ਪੰਕਤੀਆਂ ਮੁਸਲਮਾਨ ਵੱਲੋਂ ਉਚਾਰੀਆਂ ਗਈਆਂ ਉੱਥੇ ਲਿਖੀਆਂ ਨੇ। ਕਿੰਨਾ ਮਨ ਖੁਸ਼ ਹੁੰਦਾ ਹੈ ਕਿ ਇੱਕ ਮੁਸਲਮਾਨ ਸਮਝ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਐਸੇ ਗੁਣਾਂ ਦੇ ਸਾਗਰ ਨੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆ। सतगुर मेरा बेमोताज, सतगुर मेरे सच्चा साज, सतगुर मेरा सबस का दाता, सतगुर मेरा पुरख विदाता, गुर जैसा नाही को दे, जिस मस्तक भाग सुलागा से। गुरु दे बगैर कोई है ही नहीं। गुरु गुरु गुर कर मन मोर, गुरु बिना मैं नाही होर। जद मुसलमान इस्लाम धर्म विच पता लग्या कि एक हकीम अल्लाह यार खां जोगी इतना सुलझिया होया बंदा और किसे धर्म की गल कर रहा है, और भी गुरु गोबिंद सिंह महाराज दी साध संगत, उसने इस्लाम धर्म ने 5 जिहड़े काजी सन ना इकट्ठे होके इस तरह कह लो फतवा जारी किया, बुलाया गया, तुसी कटहरे विच आओ। जिस तरह कोई सिख धर्म विच गलती करता है, अकाल तख्त पेश होंदा है ना 5 प्यारियां दे अगे, उन्होंने बुलाया गया, उन्होंने पूछया गया, अल्लाह यार खां जोगी, तू उस्तत विच गुरु गोबिंद सिंह महाराज की उस्तत की 2 पुस्तकां तू लिखियां ने, तू इतना भी नहीं ध्यान आया कि तू मुहम्मद साहब
बारे तू कुछ नहीं लिखिया और तू गुरु गोबिंद सिंह महाराज जिन्हों असीं काफर कहने। देखो गुरु अर्जन देव महाराज की शहादत क्यों हुई सी? इसे कारण हुई सी। वड्डा कारण सी कि उहदे विच मुहम्मद साहब की सिफत नहीं सी। महाराज कहंदे ने इहदे विच किसी शरीर की सिफत नहीं है। कोह नानक सब तेरी वडियाई। महाराज कहंदे ने मेरी नहीं, सब तेरी वडियाई, कोई नाम ना जाने मेरा। किसी पर्टिकुलर एक बंदे की तारीफ नहीं है, भावें किसी रूप विच होवे। हाँ, साझा उपदेश है, किसी एक वास्ते नहीं। गुरबाणी कदी यह नहीं कहेगी कि मेरे वास्ते, चरणजीत सिंह वास्ते, रंजिंदर सिंह वास्ते, नरिंदरपाल सिंह, नहीं। ये उपदेश चौवर्णा को साझा, खत्री ब्राह्मण शूद्र वैश्य उपदेश चौवर्णा को साझा। ये साझा उपदेश है, किसी वास्ते नहीं कि ये पर्टिकुलर इस वास्ते है। तो उन्होंने कहा जी, क्योंकि 1913 विच ध्यान देना, 1913 दे विच इन्हें अल्लाह यार खां जोगी ने दोनों जड़ियां पुस्तकां गुरु गोबिंद सिंह महाराज की उस्तद विच लिखियां सी ना। क्योंकि जिन्हें पढ़ लिया वो मुरीद हो जाता गुरु गोबिंद सिंह महाराज का। क्यों असीं कथा कहानियां सुना रहे हैं कि कदी भी साडा डिग्या ढैंदा कदी मन है ना, कथा उही होंदियां ने। पर सुना मैं कोई समझदा कि मैं तुसीं समझ रहे हो कि मैं सुना रहा, तुसीं सारे सुन के कटर, नहीं। मैं सानू महापुर कहंदे से तुसीं बार बार सुनाओ। मेरा मतलब है नहीं कि तुसीं दृढ़ होना है, मेरा अंदरों मन होंदा है कि मैं दृढ़ हो जावां। बस जे मैं 10 वारी सुनावांगा तो मैं भी तो घट्टो घट मैनूं भी तो असर होएगा। ते उस वेले 1913 विच इन्हां ने दोनों पुस्तकां अल्लाह यार खां जोगी ने पंथ दे हवाले कर दित्तियां। पंथ ने पढ़ियां, क्योंकि कोई चीज़ पंथ विच दित्ती जावे उसका पूरा पढ़िया जाता है पहला, फिर पंथ विच अगे जाके उसनूं विद्वानां विच पढ़ी जाती है और उसदा विचारां हुंदियां ने। जिहड़े हुण बड़े वड्डे वड्डे ज्ञानी विद्वान लोग, उन्हां दियां नज़मां, उन्हां दियां गज़लां कथा दे विच आप जी नूं सरवण कराउंदे ने। सो यह मेरा विशा नहीं, लेकिन उन्होंने पता लग्या कि पंथ दियां ये चीज़ां किताबां साडे इन्हें दित्तियां ने। तो उन्होंने बड़ा गुस्सा आया। उन्होंने कहा या तो किताबां वापस ले लो या तुहानूं खारिज कर दिता जाएगा इस इस्लाम धर्म तो। तुसीं किसी स्टेज ते बोल नहीं पाओगे, किसी मस्जिद विच बोल नहीं पाओगे। भाव कि तुसीं कोई तुहाडे नाल रोटी बेटी की सांझ नहीं करेगा, ईवन तुहाडा भरा भी तुहाडे नाल नहीं बोलेगा, खारिज कर। जिस तरह साडे दे विच कहंदे ना बई ये तनख्वाह लग गई है, ये पंथ तो छेदिया गया, असीं कह दिंदे आ ना कि पर साडी बेवकूफियां ने असीं फिर अंदर खाते पिछे रस्ते तो उसदे नाल असीं सांठ गांठ बना लैंदे आ। लेकिन इस्लाम धर्म विच ऐसा नहीं है। जिहड़ा खारज हो जाए उन्होंने कोई ईवन भरा भी उसनूं नहीं लांदा और कोई भी इस्लाम उसनूं नहीं करता। खारज हो गए, घर आ गए, कोई मदरसे कोई मस्जिद कित्थे कोई जलसे विच कोई अल्लाह यार खां जोगी नहीं बोल सकता। उन्होंने कहा तुसी मान लो, वो कहंदा जी मैं कोई गलती कीती नहीं। देखो समझ आ गई ना। सानू कोई कहे अज गुरु गोबिंद सिंह महाराज दी असीं सिफत सुन लई, अज साडे घर पीड़ा हो गई, असीं सब तो पहला कबरां नूं मन्नांगे, मैनूं खिमा कर देना। असीं दीवा चलाण विच देरी नहीं करांगे, मोली बदन विच देरी नहीं करांगे, किसी सियाणे नूं घर बुला के उहदे कोलों साडे मन की दुविधा पुछण विच असीं देरी नहीं करांगे, मैनूं खिमा कर देना। हुंदा वे घर विच दुख आए ना, ते अज अल्लाह यार खां जोगी दा इह इतिहास आप सुन लो। असीं कबर ते चद्दर चढ़ाण विच मत्था टेकण विच देरी नहीं लाणी। मैनूं कई शरीर कहंदे ने वीर जी तुसीं निशान साहब ते मत्था नहीं टेकदे, तुसीं सामने सीसगंज साहब मतीदास सतीदास जी दी पत्थर दे उत्ते जाके लोकी पूजदे। मैं कहा नहीं, गुरु साहब ने तो सानू कहा ही नहीं पत्थरां नूं पूजना। कौ भूतान को पूजत है पस, कौ मृतान को पूजन तायो, कूर क्रिया उर्जियो सब ही
जग श्री भगवान को भेदना। मैं कहा या तो गुरु गोबिंद सिंह की बाणी गलत कह रही है तो या फिर आप जी मत्था टेक रहे हो। मैं कहना सीसगंज साहब मैनू खिमा कर देना, जे गुरु ग्रंथ साहब का प्रकाश नहीं है तो उत्थे भी सानू मत्था टेकना। गुरु साहब ने नहीं कहा सानू कोई मेरी कबर ते मत्था टेके, मेरी समाध ते मत्था टेके, नहीं साध संगत, क्योंकि साधु बिन ना ही दरबार, बिना गुरु तो दरबार नहीं हो सकता। गुरु ग्रंथ साहब का असीं आदर करना है। हो सकता है गल च करवाट होवे, पर यह ना होवे साडा सीस हर थां थां ते चुके। जब अमृत पान करीदा ना तो उस वेले दसिया जाता है कि फलानी जगह ते पत्थर पूजा ते इत्थे पिपल दे पेड़ ते कित्थे भी अपना सीस नहीं झुकाना। असी सिख पुजारी शब्द दा है। तो अल्लाह यार खान नूं इतनी वड्डी तनख्वाह लग गई, 6 महीने हो गए। उन्होंने बैठ के सोचा, इस्लामी वड्डे काजियां ने मौलियां ने सोचा ये ना होवे इतना वड्डा विद्वान साडे हत्थों निकल जाए और ये किधरे दूजा धर्म ही ना अडॉप्ट कर ले। उन्होंने 6 महीने बाद एक बार फिर बुलाया, गए। जब सामने गए उन्होंने हुण एक प्रस्ताव रखा कि चलो असीं मान लिया किताबां तुहाड़ियां लिखियां ने, लेकिन एक गल याद रखो, तुसीं जड़ियां पहलियां 2 पंक्तियां लिखियां ने ना, हासा किसी मुर्शद से ऐसा सियान नहीं है, किसी पीर में ऐसा जनगार नहीं है। इस चीज नूं तुसीं वापस ला लो, ये 2 पंक्तियां हटा लो, क्योंकि बई तुहाडे वर्गा पीर भी कोई नहीं है। यह उन्हें सिफत विच लिखिया गुरु गोबिंद सिंह महाराज दे। तुसीं इस तरह करो, जिहड़ी फ्रंट दियां 2 पंक्तियां ने ना, यही खिमा करके मंग के ते वो 2 पंक्तियां ही वापस ले लो, नहीं तो तुहानू मुहम्मद साहब की गोद नसीब नहीं होएगी, तुहानू दोजक विच सड़ना पेगा। देखो कितनी कमाल की गल कही। ते अगों अल्लाह यार खान जोगी कहता है, जे मैं ये वापिस ले ला तो गुरु गोबिंद सिंह महाराज की सिफत विच मैं फिर पापी बन जाऊंगा, मैं गुनाहगार बन जाऊंगा। जे मैं सिफत विच कहां कि उन्हां वर्गा पीर कोई भी नहीं है, कहते ने ये साडे पीर की तोहीन है। देखो इस्लाम कितना पक्का हुंदा है। मेरे कहन तो मुराद सिर्फ इतनी है, जे दूजे धर्मां दे कट्टर लोग भी गुरु गोबिंद सिंह महाराज का इतिहास पढ़ लेंदे ने, उन्हां अंदर एक जज्बा जग पैंदा है। मैं अज ही कोई वीडियो देख रहा सी, एक क्रिश्चन अज दे माहौल नूं देख के, लंगर नूं वेख के, घरां दे विच लोग सवेरे संगतां 5 बजे लंगर बना, उन्होंने वेख के उन्हें धर्म ही कन्वर्ट कर लिया, उन्हें सिख धर्म अडॉप्ट कर लिया। गुरु अर्जन देव महाराज को पूछा सी संगतां ने, मेरा लगता दिल समा हो गया, चलो 5 मिनट आप जी ना होर। गुरु अर्जन देव महाराज जी को पूछा सी, महाराज जिहड़ा तुसीं ये ग्रंथ उचार रहे हो, ये गल कह के मैं समाप्ति करांगा, क्योंकि टॉपिक इतना लंबा है कि जितना मर्जी लै जाइए, पर असीं तत्त अज कढ लैणा है। पूछया गुरु अर्जन देव महाराज जी को, इतना पोथी परमेश्वर का थान वाली जिहड़ी तुसीं बख्शिश कीती है, कदी बैठ के इस दे अर्थ करके चले जाओ। ये गल गुरु गोबिंद सिंह महाराज नूं भी संगतां ने कीती सी। महाराज ने कहा ये अर्थ नहीं करने, जे असी अर्थ कर दिते गुरु ग्रंथ साहब जी दे, ते सिख फिर उस तो अगे उडारी नहीं मारेगा, चुबकी नहीं लाएगा। बड़े ध्यान देने वाली गल है। फिर वो सोचेगा जो गुरु साहब ने लिखा है वही सच है, इस तो अगे पिछे नहीं जाना। वो कहते हैं ज्यों ज्यों चुबी गुरु ग्रंथ साहब की कोई भी मारेगा, कोई भावें पिंगल पर्वत पार पड़े खल चतर बकीता, अंदले त्री भवन पूजया गुरु भेट पुनीता, ये ते वो खजाना है अंधे नूं अखां ते पिंगले दा पहाड़ां ते चढ़ जाएगा। महाराज ने कहा जी जदों गुरु सिख ध्यान देना, गुरु ग्रंथ साहब जी का पाठ करके व्याख्या सोचेगा, करेगा, सुनेगा, ते जदों जीवन में ढालेगा और जदों दुनिया विच विचरेगा,
ਉਹਦੇ ਜੀਵਨ ਤੋਂ ਜਿਹੜੀ ਝਲਕ ਆਏਗੀ ਨਾ, ਉਹ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣਗੇ। ਮੈਂ ਇੱਕ ਵਾਰੀ ਰਿਪੀਟ ਕਰਦਾ ਜੇ ਗੱਲ ਪਕੜ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਨੇ ਅਰਥ ਮੈਂ ਕਰ ਦਿੱਤੇ ਤੇ ਉੱਥੇ ਰੋਕ ਲੱਗ ਜਾਏਗੀ। ਬਈ ਜੇ ਗੁਰੂ ਸਾਹਿਬ ਨੇ ਕੋਈ ਵੀ ਸ਼ਬਦ ਲਾਇਆ, ਜਿਸ ਤਰ੍ਹਾਂ ਘਰ ਬਾਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ, ਜੇ ਗੁਰੂ ਸਾਹਿਬ ਲਿਖਦੇ ਨੇ ਬਈ ਘਰ ਤੇ ਬਾਹਰ ਉਹਦਾ ਹੀ ਪ੍ਰਵਾਸਾ ਹੈ, ਉਹੀ ਸਾਡਾ ਸੰਗੀ ਹੈ, ਹੋਰ ਕੋਈ ਵੀ ਨਹੀਂ ਹੈ। ਇਸ ਤੋਂ ਇਲਾਵਾ ਫਿਰ ਸਿੱਖ ਨੇ ਕਿੱਥੇ ਜਾਣਾ ਕੋ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਚਾਹੁੰਦਾ ਕਿ ਸਿੱਖ ਇਸ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੇ, ਉਸ ਨੂੰ ਧਾਰਨ ਕਰੇ, ਅਮਲੀ ਜੀਵਨ ਬਣਾਏਗਾ। ਜਦ ਸੰਸਾਰ ਵਿੱਚ ਵਿਚਰੇਗਾ, ਉਸ ਨੂੰ ਵੇਖ ਕੇ ਲੋਕ ਕਹਿਣਗੇ ਇਹ ਵਾਹ, ਇਹ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹੈ, ਇਹ ਸ਼ਬਦ ਦਾ ਪੁਜਾਰੀ ਹੈ। ਕਹਿੰਦੇ ਨੇ ਉਹ ਸਿੱਖ ਦੀ ਕਰੈਕਟਰ ਵਿੱਚੋਂ, ਕਿਰਦਾਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਮਝ ਆ ਜਾਣਗੇ। ਔਰ ਜੋ ਅੱਜ ਤੁਸੀਂ ਕਿਸਾਨ ਮੋਰਚਾ ਲੱਗਿਆ ਨਾ, ਤੁਸੀਂ ਕੀ ਸਮਝਦੇ ਹੋ ਕਿ ਸਿੱਖ ਹਾਰ ਰਹੇ ਨੇ? ਮੈਨੂੰ ਖਿਮਾ ਕਰ ਦੇਣਾ, ਅੱਜ ਵਰਲਡ ਵਿੱਚ ਸਿੱਖਾਂ ਦੀ ਸ਼ਾਨ ਵਧੀ ਹੈ, ਘਟੀ ਨਹੀਂ ਹੈ। ਨਹੀਂ ਤੇ ਇੰਨਾ ਲੰਬਾ ਮੋਰਚਾ ਅੱਜ ਤੱਕ ਵਰਲਡ ਵਿੱਚ ਇਤਨੀ ਸ਼ਾਂਤੀਪੂਰਵਕ ਪੀਸਫੁਲ ਕਿੱਥੇ ਵੀ ਨਹੀਂ ਹੋਇਆ ਜੋ ਇਹ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੇ ਅਰਥੋਂ ਕਰਕੇ ਸਾਨੂੰ ਦਿਖਾ ਰਹੇ ਨੇ ਕਿ ਸਿੱਖ ਦੇ ਅੰਦਰ ਇਤਨਾ ਜਜ਼ਬਾ ਹੈ, ਸਿਦਕ ਵੀ ਹੈ, ਭਰੋਸਾ ਵੀ ਹੈ, ਤੇ ਜੇ ਵਕਤ ਆ ਜਾਏ ਤੇ ਇਸ ਨੂੰ ਸੰਭਾਲਣ ਦਾ ਵੀ, ਇਸ ਤੇ ਅਟੈਕ ਕਰਨ ਦਾ ਵੀ ਜਜ਼ਬਾ ਸਿੱਖ ਵਿੱਚ ਹੈ। ਸਿੱਖ ਉਦੋਂ ਤੱਕ ਅੰਦਰ ਸ਼ਾਂਤ ਹੈ ਜਦ ਤੱਕ ਸਿੱਖ ਤੇ ਕੋਈ ਵਾਰ ਨਾ ਕਰੇ, ਕਿਉਂਕਿ ਸਿੱਖ ਨੂੰ ਪਹਿਲਾ ਵਾਰ ਨਹੀਂ ਕਰਦਾ ਤੇ ਆਏ ਨੂੰ ਫਿਰ ਬਖਸ਼ਦਾ ਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੰਨੀਆਂ 14 ਜੰਗਾਂ ਲੜੀਆਂ ਨੇ, ਕਿੱਥੇ ਵੀ ਜਾ ਕੇ ਵਾਰ ਨਹੀਂ ਕੀਤਾ, ਕਿਸੇ ਨਿਹੱਥੇ ਤੇ ਨਹੀਂ ਕੀਤਾ, ਕਿਸੇ ਬੱਚੇ ਤੇ ਨਹੀਂ ਕੀਤਾ, ਕਿਸੇ ਔਰਤ ਤੇ ਨਹੀਂ ਕੀਤਾ, ਕਿਸੇ ਬਜ਼ੁਰਗ ਤੇ ਨਹੀਂ ਕੀਤਾ, ਕਿਸੇ ਪਿੱਠ ਪਿੱਛੇ ਨਹੀਂ ਕੀਤਾ, ਔਰ ਕਿੱਥੇ ਜਾ ਕੇ ਨਹੀਂ ਕੀਤਾ। ਜਿਹੜਾ ਵੀ ਆਇਆ ਵੇ ਉਸ ਨੂੰ ਮਹਾਰਾਜ ਨੇ ਸੋਧਿਆ। ਤੇ ਅੱਜ ਜੋ ਕਿਸਾਨ ਮੋਰਚੇ ਦੀ ਹੋ ਰਹੀ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਮੇਰੇ ਮਨ ਦੇ ਵਿਚਾਰ ਦੇ ਹਿਸਾਬ ਨਾਲ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਲੇਕਿਨ ਮੇਰੇ ਹਿਸਾਬ ਦੇ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਦੇ ਇਹ ਕਿਸਾਨ ਲੋਕ ਅਰਥ ਕਰ ਰਹੇ ਨੇ, ਇਹਨਾਂ ਦੇ ਗੁਰਬਾਣੀ ਦੇ ਅਰਥ ਕਰਕੇ ਅੱਜ ਦਿਖਾ ਰਹੇ ਨੇ ਕਿ ਅਸੀਂ ਕੋਈ ਮੰਗਤੇ ਬਣ ਕੇ ਨਹੀਂ ਬੈਠੇ ਹੋਏ, ਅਸੀਂ ਆਪਣੇ ਹੱਕ ਵਿੱਚ ਬੈਠੇ ਹੋਏ ਹਾਂ। ਔਰ ਜਦੋਂ ਸਰ ਤੇ ਪਾਣੀ ਲੰਘ ਜਾਏ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਉੱਥੇ ਸ੍ਰੀ ਸਾਹਿਬ ਚੱਕਣਾ ਵੀ ਲਾਜ਼ਮੀ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਖਸ਼ੀ ਦੇ ਸਦਕੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਂ ਉਸਤਤ ਕਰਨ ਦਾ ਯਤਨ ਕੀਤਾ ਹੈ। ਇਤਨੇ ਕੱਟੜ ਮੁਸਲਮਾਨ ਸਨਾਤਨੀ ਧਰਮ ਦੇ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਕਰ ਰਹੇ ਨੇ। ਉਹਨਾਂ ਨੂੰ ਵੀ ਉਹਨਾਂ ਖਜ਼ਾਨਿਆਂ ਦਾ ਪਤਾ ਲੱਗ ਗਿਆ ਹੈ। ਤੇ ਸਿੱਖਾ, ਜੇ ਤੇਰੇ ਘਰ ਵਿੱਚ ਕਦੀ ਭੀੜਾ ਵਿਪਤਾ ਆ ਜਾਏ, ਦੁੱਖ ਆ ਜਾਏ, ਤੇ ਤੇਰੇ ਅੰਦਰ ਵੀ ਇੱਕ ਖਾਨਾ ਹੋਣਾ ਚਾਹੀਦਾ ਕਿ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਦੇਖੋ ਗੁਰੂ ਕਿੰਨਾ ਖੁਸ਼ ਹੋਏਗਾ ਕਿ ਮੈਂ ਦੁੱਖ ਥੋੜਾ ਜਿਹਾ ਦਿੱਤਾ ਹੈ ਤੇ ਇਹ ਡਾਵਾਡੋਲ ਤੇ ਨਹੀਂ ਹੋ ਰਿਹਾ। ਉਸ ਵੇਲੇ ਇਹ ਕਿਹਦੇ ਕੋਲ ਜਾਂਦਾ, ਇਹ ਵੀ ਸਾਡੇ ਪਰਚਾ ਪੈ ਜਾਂਦਾ, ਐਗਜ਼ਾਮ ਹੋ ਜਾਂਦਾ ਸਾਡਾ। ਕਿਉਂਕਿ ਮੈਂ ਅਕਸਰ ਕਹਿੰਦਾ ਦੁੱਖ ਤੇ ਸੁੱਖ ਵਿੱਚ ਗੁਰਸਿੱਖ ਦੀ ਪੜ੍ਹਾਈ ਦਾ ਪਤਾ ਲੱਗਦਾ, ਗੁਰਸਿੱਖ ਦੀ ਨਹੀਂ, ਸਿੱਖ ਦੀ। ਗੁਰਸਿੱਖ ਹੋ ਗਿਆ ਫਿਰ ਤੇ ਉਹਨੂੰ ਪੜ੍ਹਾਈ ਪੜ੍ਹ ਲਈ। ਸਿੱਖ ਦੀ ਪੜ੍ਹਾਈ ਦਾ ਪਤਾ ਦੁੱਖ ਤੇ ਸੁੱਖ ਵਿੱਚ ਪਤਾ ਲੱਗਦਾ। ਸੁੱਖ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਨੇ, ਗੁਰਬਾਣੀ ਦੀ ਜਿਹੜੀ ਪੜ੍ਹਾਈ ਉਹ ਭੁੱਲ ਜਾਂਦੇ ਨੇ, ਤੇ ਦੁੱਖ ਵਿੱਚ ਗੁਰੂ ਤੋਂ ਨਾਤਾ ਤੋੜ ਲੈਂਦੇ ਨੇ। ਤੋ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਬਸ ਕਦੇ ਵੀ ਸਿੱਖਾ ਤੇਰੇ ਘਰ ਦੇ ਵਿੱਚ ਦੁੱਖ ਸੁੱਖ ਆਵੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਗੁਰੂ ਸਾਹਿਬ ਦੇ ਦੁਆਰੇ ਜਾ ਕੇ, ਗੁਰੂ ਦੇ ਸਨਮੁਖ ਹੋ ਕੇ ਬਸ ਇੱਕੋ ਹੀ ਅਰਦਾਸ ਕਰ, ਸਤਿਗੁਰੂ ਮੇਰਾ ਤੇਰੇ ਦਰ ਤੋਂ ਇਲਾਵਾ ਕੋਈ ਘਰ ਨਹੀਂ ਹੋਏਗਾ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਨਾ, ਭਾਈ ਲੈਣੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਕਿਉਂ ਨਹੀਂ ਜਾਂਦਾ ਪਿਆ, ਸਾਰੇ ਤੇ ਕੋਈ ਹੀਰੇ ਲੈ ਗਿਆ, ਜਵਰਾਤ ਕੋਈ ਮਾਇਆ ਲੈ ਗਿਆ, ਤੂੰ ਮੇਰੇ ਪਿੱਛੇ ਕਿਉਂ ਆ ਰਿਹਾ? ਮਾਰੇ ਕਹਿੰਦੇ ਨੇ ਇਹਨਾਂ ਦਾ ਤੇ ਕੋਈ ਵਲੀ ਵਾਰਿਸ ਹੋਏਗਾ, ਇਹਨਾਂ ਦਾ ਤੇ ਘਰ ਹੋਣਗੇ, ਪਰ ਮੇਰਾ ਤੇ ਇੱਕ ਤੂੰ ਹੀ ਹੈ। ਸੋ ਐਸੇ ਦੀਨ ਦਿਆਲ ਸਤਿਗੁਰੂ ਦੇ ਅਸੀਂ ਕੁਰਬਾਨ ਜਾਈਏ, ਸਿੱਖੀ ਸਰੂਪ ਨੂੰ ਸੰਭਾਲੀਏ। ਸਾਨੂੰ ਜੋ ਸਰੂਪ ਦਿੱਤਾ ਹੈ ਉਸ ਦੇ ਵਿੱਚ ਛੇੜਾਖਾਨੀ ਨਾ ਕਰੀਏ, ਔਰ ਗੁਰੂ ਦੀ ਉਸਤਤ ਆਪਣੀ ਹਮੇਸ਼ਾ ਹਿਰਦੇ ਵਿੱਚ ਵਸਾਈਏ।
गुरु महाराज बख्शिश करन। भुल्लां बेअंत होईयां ने, दास दियां ने। बचन गुरु दा जान के हिरदे विच वसाइए। सारियां दा तहे दिल तो धन्नवाद। भुल्लां चुकां दी खिमा। वाहिगुरू जी का खालसा, वाहिगुरू जी की फतेह।